ਤੁਸੀਂ ਇਸ ਉਭਾਰ ਨੂੰ ਕਿਵੇਂ ਵੇਖਦੇ ਹੋ? ਇਹਦੇ ਕਾਰਨ ਕੀ ਨੇ ਇਸ ਉਭਾਰ ਦੇ, ਆਮ ਆਦਮੀ ਪਾਰਟੀ ਦੇ ਇਸ ਤਰ੍ਹਾਂ ਜਿੱਤਣ ਦੇ, ਤੇ ਇਸ ਉਭਾਰ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਅਸਰ ਪੈ ਸਕਦਾ? ਇਹ ਪਾਰਟੀ ਪੰਜਾਬ ਵਿੱਚ ਕੋਈ ਥਰਡ ਧਿਰ ਨਹੀਂ ਹੈ। ਇਹ ਥਰਡ ਧਿਰ ਇੰਡੀਆ 'ਚ ਵੀ ਨਹੀਂ ਹੈ। ਇਹ ਐਕਚੁਅਲੀ ਬੀਜੇਪੀ ਦਾ, ਆਰਐਸਐਸ ਦਾ ਇੱਕ ਟਰੈਕ 2 ਪਾਰਟਨਰ ਆ। ਬੀਜੇਪੀ ਦੇ ਮੁਕਾਬਲੇ 'ਚ ਇਹਨੂੰ ਫਲੋਟ ਕੀਤਾ ਗਿਆ ਹੈ ਇੱਕ ਗ੍ਰੈਂਡ ਪਲਾਨ ਦੇ ਮੁਤਾਬਕ। ਕਹਿਣ ਨੂੰ ਤਾਂ ਕੋਈ ਵੀ, ਹਰ ਇੱਕ ਬੰਦਾ ਪੰਜਾਬ ਦੀ ਸਿਆਸਤ 'ਚ ਇਹ ਗੱਲ ਬੜੀ ਆਮ ਆ ਕਿ ਜਿਹੜਾ ਵਿਰੋਧੀ ਆ ਉਹਨੂੰ ਆਰਐਸਐਸ ਦਾ ਕਹਿ ਦਿਓ, ਉਹਨੂੰ ਕਾਂਗਰਸ ਦਾ ਕਹਿ ਦਿਓ, ਉਹਨੂੰ ਕਿਸੇ ਦਾ ਵੀ ਕਹਿ ਦਿਓ, ਵੀ ਤੁਸੀਂ ਵੀ ਕਿਸੇ ਇਸੇ ਤਰ੍ਹਾਂ ਤਾਂ ਨਹੀਂ ਕਹਿ ਰਹੇ। ਜੇ ਕੋਈ ਆਧਾਰ ਵੀ ਹੈ ਤੁਹਾਡੇ ਕੋਲ ਇਸ ਗੱਲ ਦਾ, ਤਾਂ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਮੁਫਤੋ ਮੁਫਤੀ ਵਾਲੀ ਸਿਆਸੀ ਨਾਅਰਿਆਂ ਦੀ ਸਿਆਸਤ ਆ, ਵੀ ਉਹਦਾ ਪੰਜਾਬ ਦੇ ਇਸ ਵਾਰ ਦੇ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਮਿਲ ਸਕਦਾ ਜਾਂ ਨਹੀਂ? ਤੀਜੀ ਧਿਰ ਬਿਲਕੁਲ ਨਹੀਂ ਹੈ। ਉਹ ਪਹਿਲੇ ਵਰਗਾ ਹੀ ਹਾਲ ਹੈ ਇਹਦਾ। ਤਾਂ ਉਹਨਾਂ ਦੇ ਤੌਰ ਤਰੀਕੇ ਆ। ਮੈਨੂੰ ਇੱਕ ਤਰੀਕਾ ਦੱਸ ਦਿਓ ਜਿਹੜਾ ਇਹ ਵੱਖਰਾ ਹੈ। ਸਖਤ ਕਮੈਂਟ, ਬੜੀ ਸਖਤ ਟਿੱਪਣੀ ਕੀਤੀ ਸੀ ਕਿ ਕੇਜਰੀਵਾਲ ਪੰਜਾਬ ਦਾ ਅਗਲਾ ਬੇਅੰਤਾ ਬੁੱਚੜ ਹੋਵੇਗਾ ਜੇ ਇਹ ਸੱਤਾ 'ਚ ਆਉਂਦਾ। ਤਾਂ ਤੁਸੀਂ ਇਹ ਕਿਸ ਆਧਾਰ 'ਤੇ ਇਹ ਗੱਲ ਕਹਿਤੀ ਕਿ ਤੁਹਾਨੂੰ ਕਿਹੜੀ ਟੈਂਡੈਂਸੀ ਕੇਜਰੀਵਾਲ 'ਚ ਇਹੋ ਜੀ ਦਿਖ ਰਹੀ ਆ ਕਿ ਜਿਹੜਾ ਜੁਰਮ ਜਿਹੜਾ ਆ ਉਹ ਬੇਅੰਤ ਸਿੰਘ ਦੀ ਸਰਕਾਰ ਨੇ ਕੀਤਾ ਸੀ, ਕਿ ਜੇ ਕੇਜਰੀਵਾਲ ਦੀ ਸਰਕਾਰ ਬਣਦੀ ਹੈ ਤਾਂ ਇਹ ਉਹੋ ਜਿਹਾ ਹੀ ਜੁਰਮ ਜਿਹੜਾ ਆ ਉਹ ਢਾਹ ਸਕਦਾ? ਜਿੰਨੀ ਦੇਰ ਪਰਿਵਾਰਵਾਦ ਹੈ ਉਨੀ ਦੇਰ ਅਕਾਲੀ ਦਲ ਪੰਥਕ ਪ੍ਰੋਗਰਾਮ ਨਹੀਂ ਚਲਾ ਸਕਦਾ। ਮਾਈਨॉरिटी ਦਾ ਇਸ਼ੂ ਆ, ਘੱਟ ਗਿਣਤੀਆਂ ਦਾ। ਮਾਈਨॉरिटी ਦੇ ਇਸ਼ੂ ਦੇ ਉੱਤੇ ਈਵਨ ਜਿਹੜਾ ਇੰਡੀਆ ਦਾ ਮਾਈਨॉरिटी ਕਮਿਸ਼ਨ ਆ ਉਹ ਨਹੀਂ ਬੋਲਦਾ। ਉਹ ਜਦੋਂ ਬੋਲਦਾ ਹੈ ਉਦੋਂ ਹੀ ਉਹ ਕੋਈ ਨਾ ਕੋਈ ਐਸੀ ਗੱਲ ਕੱਢਦਾ ਹੈ ਜਿਹੜੇ ਮਾਈਨॉरिटी ਦੇ ਅੱਗੇ ਜਾਂਦੀ ਹੈ। ਸਿੱਖਾਂ ਦੇ ਸੈਂਟੀਮੈਂਟ ਨੂੰ ਉਭਾਰਨ ਵਾਸਤੇ ਚੰਦ ਇੱਕ ਛੁਣਛਣੇ ਦੇ ਵੀ ਦੇਣ ਤੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਲੜਾਈ ਲੜਨੀ ਪੈਣੀ ਵੱਡੀ ਔਰ ਲੰਬੀ, ਔਰ ਲੋਕਾਂ ਨੂੰ ਚੇਤਨ ਕਰਨਾ ਪੈਣਾ। ਉਹਨਾਂ ਨਾਲੋਂ ਲਕੀਰ ਖਿੱਚਣੀ ਪੈਣੀ ਹੈ। ਉਹ ਲਕੀਰ ਖਿੱਚਣ ਨੂੰ ਤਿਆਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਗੁਫ਼ਤਗੂ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਜਿਵੇਂ ਅਸੀਂ ਹਰ ਰੋਜ਼ ਕਿਸੇ ਖਾਸ ਮਸਲੇ ਦੇ ਉੱਤੇ ਕਿਸੇ ਖਾਸ ਮਹਿਮਾਨ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ, ਅੱਜ ਸਾਡੇ ਨਾਲ ਮੌਜੂਦ ਰਹਿਣਗੇ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ। ਅਤੇ ਮੈਂ ਸੁਖਦੇਵ ਸਿੰਘ ਹੋਰਾਂ ਨੂੰ TV 84 'ਤੇ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰੇ ਦਰਸ਼ਕਾਂ ਔਰ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਰਜ਼ ਕਰਦਾ। ਕਾਮਨਾ ਕਰਦਾ ਕਿ ਨਵੇਂ ਸਾਲ ਵਿੱਚ ਉਹ ਖੁਸ਼ ਰਹਿਣ, ਸਿਹਤਮੰਦ ਰਹਿਣ ਔਰ ਉਹਨਾਂ ਦੇ ਪਰਿਵਾਰ ਖੁਸ਼ੀ ਰਹਿਣ। ਬਿਲਕੁਲ ਜੀ। ਪੱਤਰਕਾਰ ਸੁਖਦੇਵ ਸਿੰਘ ਹੋਰਾਂ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਨੇ ਕਿ ਵੱਡੇ ਪੰਜਾਬ ਦੇ ਜਿਹੜੇ ਅਦਾਰੇ ਨੇ ਜਾਂ ਇੰਡੀਆ ਦੇ ਜਿਹੜੇ ਅਖਬਾਰਾਂ ਨਾਲ ਜੁੜੇ ਅਦਾਰੇ ਨੇ ਉਹਨਾਂ ਦੇ ਵਿੱਚ ਕੰਮ ਕੀਤਾ ਹੈ। ਅਤੇ ਪੰਜਾਬ ਦਾ ਜਿਹੜਾ ਉਹ ਸਾਰਾ ਦੌਰ ਰਿਹਾ, ਸਿੱਖ ਸਟਰਗਲ ਦੀ ਗੱਲ ਕਰਨੀ ਹੋਵੇ, ਜਿਹੜਾ ਉਹ ਦੌਰ ਸੀ ਉਹ ਸਾਰੇ ਦੇ ਵਿੱਚ ਰਿਪੋਰਟਿੰਗ ਕੀਤੀ ਹੈ। ਬੜੀ ਨੇੜਿਓਂ ਪੰਜਾਬ ਦੀ ਉਹ ਸਿਆਸਤ ਨੂੰ ਦੇਖਿਆ। ਅਤੇ ਹੁਣ ਵੀ ਇਹ ਪੰਜਾਬ ਦੀ ਸਿਆਸਤ ਬਾਰੇ ਜੋ ਮੌਜੂਦਾ ਸਮੇਂ ਚੱਲ ਰਹੀ ਹੈ, ਲਗਾਤਾਰ ਕਮੈਂਟਸ ਕਰਦੇ ਰਹਿੰਦੇ ਨੇ ਆਪਣੀ ਫੇਸਬੁੱਕ ਦੇ ਉੱਤੋਂ, ਤੁਸੀਂ ਪੜ੍ਹਦੇ ਵੀ ਰਹਿੰਦੇ ਹੋਵੋਗੇ। ਅਤੇ ਅੱਜ ਅਸੀਂ ਉਹ ਹੀ ਕਮੈਂਟਸ ਨੂੰ ਆਧਾਰ ਬਣਾ ਕੇ ਅਤੇ ਉਹਨਾਂ ਹੀ ਗੱਲਾਂ ਨੂੰ ਆਧਾਰ ਬਣਾ ਕੇ ਅੱਜ ਕੁਝ ਹੋਰ ਗੱਲਾਂ ਇਹਨਾਂ ਦੇ ਨਾਲ ਕਰਾਂਗੇ। ਕੁਝ ਸਵਾਲ ਨੇ ਸਾਡੇ ਜੋ ਪੰਜਾਬ ਦੀ ਸਿਆਸਤ ਬਾਰੇ ਟਿੱਪਣੀਆਂ ਕਰਦੇ ਨੇ ਉਹਦੇ ਨਾਲ ਜੁੜੇ ਹੋਏ, ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਅਤੇ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਜੀ, ਪਿਛਲੇ ਦਿਨੀ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦਾ ਇੱਕ ਵੱਡਾ ਉਭਾਰ ਹੋਇਆ, ਖਾਸ ਕਰਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਆ, ਯੂਨੀਅਨ ਟੈਰੀਟਰੀ ਆ ਭਾਵੇਂ, ਉਹਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਆ। ਅਤੇ ਤੁਸੀਂ ਇਸ ਉਭਾਰ ਨੂੰ ਕਿਵੇਂ ਵੇਖਦੇ ਹੋ? ਇਹਦੇ ਕਾਰਨ ਕੀ ਨੇ ਇਸ ਉਭਾਰ ਦੇ, ਆਮ ਆਦਮੀ ਪਾਰਟੀ ਦੇ ਇਸ ਤਰ੍ਹਾਂ ਜਿੱਤਣ ਦੇ, ਅਤੇ ਇਸ ਉਭਾਰ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਅਸਰ ਪੈ ਸਕਦਾ? ਮੈਂ ਇਸ ਸਬਜੈਕਟ ਉੱਤੇ ਕਾਫੀ ਦੇਰ ਤੋਂ ਲਿਖਦਾ ਆ ਰਿਹਾ, ਬਲਕਿ 14-15 ਤੋਂ ਲਿਖਦਾ ਆ ਰਿਹਾ। ਜਦੋਂ ਤੋਂ ਮੈਂ ਫੇਸਬੁੱਕ ਨਾਲ ਜੁੜਿਆ ਉਸ ਵੇਲੇ ਤੋਂ ਹੀ ਮੇਰਾ ਇਹ ਦ੍ਰਿੜ ਨਿਸ਼ਚਾ ਰਿਹਾ ਹੈ ਕਿ ਇਹ ਪਾਰਟੀ ਪੰਜਾਬ ਵਿੱਚ ਕੋਈ ਥਰਡ ਧਿਰ ਨਹੀਂ ਹੈ। ਇਹ ਥਰਡ ਧਿਰ ਇੰਡੀਆ 'ਚ ਵੀ ਨਹੀਂ ਹੈ। ਇਹ ਐਕਚੁਅਲੀ ਬੀਜੇਪੀ ਦਾ, ਆਰਐਸਐਸ ਦਾ ਇੱਕ ਟਰੈਕ 2 ਪਾਰਟਨਰ ਆ।
ਕੇਜਰੀਵਾਲ ਦੀ ਜਿਹੜੀ ਇਸ ਪਾਰਟੀ ਦਾ ਰੂਪ ਰੰਗ ਆ, ਇਹਦੀ ਜਿਹੜੀ ਕੰਪੋਜੀਸ਼ਨ ਆ, ਇਹਦੀ ਲੀਡਰਸ਼ਿਪ ਆ, ਉਹ ਇੱਕ ਸਿੰਗਲ ਪ੍ਰੋਪਰਾਈਟਰੀ ਇੱਕ ਹੀ ਮਾਲਕ ਲੱਗਦਾ ਹੈ। ਇਹ ਕੋਈ ਸਮੂਹ ਲੀਡਰਸ਼ਿਪ ਨਹੀਂ ਹੈ ਇਸ ਵਿੱਚ। ਔਰ ਇਹ ਇਸ ਬੰਦੇ ਦੀ ਟ੍ਰੇਨਿੰਗ ਸ਼ੁਰੂ ਤੋਂ RSS ਵਿੱਚ ਆ, ਇਹਦੀ ਆਰਗਨਾਈਜੇਸ਼ਨ ਸਮਝ RSS ਵਾਲੀ ਆ, ਇਹਦੇ ਸਿਧਾਂਤ, ਇਸ ਦੇ ਬੋਲੇ, ਇਸ ਦੇ ਸਾਰੇ ਸਲੋਗਨ ਉਹ RSS ਦਾ ਇੱਕ ਰੂਪ ਆ। ਅਤੇ ਸਿਰਫ ਇਹ ਆ ਕਿ ਇਹ BJP ਦੇ ਮੁਕਾਬਲੇ 'ਚ ਇਹਨੂੰ ਫਲੋਟ ਕੀਤਾ ਗਿਆ ਹੈ ਇੱਕ ਗ੍ਰੈਂਡ ਪਲਾਨ ਦੇ ਮੁਤਾਬਕ। ਪਲਾਨ ਇਹ ਆ ਕਿ ਇੰਡੀਆ ਦੇ ਵਿੱਚ 2 ਸੱਜੇ ਪੱਖੀ ਪਾਰਟੀਆਂ ਹੋਣ, ਮੇਨ ਪਾਰਟੀ ਕਦੇ ਇੱਕ ਆਵੇ ਕਦੇ ਦੂਜੀ ਆਵੇ। ਇਹ ਅਮਰੀਕਾ, ਇੰਗਲੈਂਡ ਔਰ ਪੱਛਮੀ ਦੇਸ਼ਾਂ ਦੇ ਜਿਹੜਾ ਪੈਟਰਨ ਆ ਉਹਨਾਂ ਦੀ ਰਾਜਨੀਤੀ ਦਾ, ਉਸ ਟਾਈਪ ਦਾ ਇਹਨੂੰ ਡਿਜ਼ਾਈਨ ਕੀਤਾ ਗਿਆ ਹੈ। ਇਸ ਕਰਕੇ ਮੈਨੂੰ ਕੋਈ ਇਸ ਬਾਰੇ ਭੁਲੇਖਾ ਨਹੀਂ ਕਿ ਪੰਜਾਬ ਵਿੱਚ ਇਹ ਕੋਈ ਤੀਜੀ ਧਿਰ ਨਹੀਂ ਆ, ਇੱਕ ਪਹਿਲੀਆਂ ਅਤੇ ਦੂਜੀਆਂ ਧਿਰਾਂ ਦਾ ਹੀ ਇੱਕ ਰੂਪ ਆ। ਇਹ ਤੁਸੀਂ ਇੱਕ ਵੱਡੀ ਗੱਲ ਕਹੀ ਹੈ ਕਿ RSS ਦਾ ਪਲੈਨਡ ਪ੍ਰੋਜੈਕਟ ਆ ਸਾਰਾ ਹੀ ਆਮ ਆਦਮੀ ਪਾਰਟੀ ਜਿਹੜੀ ਆ, ਅਤੇ ਇਹਦਾ ਕੋਈ ਆਧਾਰ ਵੀ ਹੈ? ਮਤਲਬ ਕਹਿਣ ਨੂੰ ਤਾਂ ਕੋਈ ਵੀ ਹਰ ਇੱਕ ਬੰਦਾ ਪੰਜਾਬ ਦੀ ਸਿਆਸਤ 'ਚ ਇਹ ਗੱਲ ਬੜੀ ਆਮ ਆ ਕਿ ਜਿਹੜਾ ਵਿਰੋਧੀ ਆ ਉਹਨੂੰ RSS ਦਾ ਕਹਿ ਦਿਓ, ਉਹਨੂੰ ਕਾਂਗਰਸ ਦਾ ਕਹਿ ਦਿਓ, ਉਹਨੂੰ ਕਿਸੇ ਦਾ ਵੀ ਕਹਿ ਦਿਓ, ਵੀ ਤੁਸੀਂ ਵੀ ਕਿਸੇ ਇਸੇ ਤਰ੍ਹਾਂ ਤਾਂ ਨਹੀਂ ਕਹਿ ਰਹੇ, ਜਾਂ ਕੋਈ ਆਧਾਰ ਵੀ ਹੈ ਤੁਹਾਡੇ ਕੋਲ ਇਸ ਗੱਲ ਦਾ? ਦੇਖੋ, ਆਧਾਰ ਕੀ ਹੁੰਦਾ ਹੈ? ਆਧਾਰ ਸਭ ਤੋਂ ਪਹਿਲਾਂ ਤਾਂ ਉਹਦੀ ਆਈਡੀਓਲੋਜੀ ਹੁੰਦੀ ਹੈ, ਫਿਰ ਉਹਦੀ ਕੰਪੋਜੀਸ਼ਨ ਹੁੰਦੀ ਹੈ, ਫਿਰ ਉਹਦੇ ਜਿਹੜੇ ਸਟਰਕਚਰ ਹੈ ਉਹਦੀ ਜਥੇਬੰਦੀ ਦਾ ਉਹ ਹੁੰਦਾ ਹੈ, ਫਿਰ ਉਹਦੇ ਨਾਅਰੇ ਹੁੰਦੇ ਆ, ਫਿਰ ਉਹਦੀ ਪਰਫਾਰਮੈਂਸ ਹੁੰਦੀ ਹੈ ਹੁਣ ਤੱਕ ਦੀ। ਉਹ ਤੁਸੀਂ ਸਾਰੇ ਦੇਖ ਲਓ ਕਿੱਥੇ ਇਹਨਾਂ ਨੇ ਮਟੀਰੀਅਲੀ ਯਾਨੀ ਸਥੂਲ ਤੌਰ 'ਤੇ BJP ਨਾਲੋਂ ਇਹ ਵੱਖਰੇ ਆ। ਵੱਧ ਤੋਂ ਵੱਧ ਇਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਅਸੀਂ ਵੱਖਰੇ ਹਾਂ। ਵੱਖਰੇ ਕਿਸ ਤਰ੍ਹਾਂ ਹੈ ਕਿ ਅਸੀਂ ਪੋਲੀਟਿਕਸ ਕਰਨ ਨਹੀਂ ਆਏ, ਅਸੀਂ ਤਬਦੀਲੀ ਲਿਆਉਣ ਆਏ ਹਾਂ। ਤੁਸੀਂ ਦੱਸੋ ਕਿਹੜੀ ਤਬਦੀਲੀ ਆਈ ਆ? ਜਿਹੜਾ ਸਭ ਤੋਂ ਵੱਧ ਇਹੋ ਹੀ ਕਹਿੰਦੇ ਸੀ ਕਿ ਅਸੀਂ ਇਮਾਨਦਾਰੀ ਲਿਆਵਾਂਗੇ, ਉਹ ਚੰਗਾ ਪ੍ਰਬੰਧ ਦੇਵਾਂਗੇ। ਇਮਾਨਦਾਰੀ ਕਿਹੜੀ ਆਈ ਆ? ਜਿਸ ਪਾਰਟੀ ਦਾ ਕਨਵੀਨਰ ਕਰੋੜਾਂ ਰੁਪਏ ਦੇ ਚੰਦੇ ਦੀ ਕੋਈ ਡਿਟੇਲ ਨਹੀਂ ਦਿੰਦਾ, ਕੋਈ ਉਸ ਨੂੰ ਪਬਲਿਕ ਨਹੀਂ ਕਰਦਾ, ਉਹਦੀ ਕਿਵੇਂ ਤੁਸੀਂ ਮੰਨ ਸਕਦੇ ਹੋ ਕਿ ਉਹ ਕੋਈ ਪਾਰਦਰਸ਼ੀ ਹੈਗਾ? ਔਰ ਜਿਸ ਤਰੀਕੇ ਨਾਲ ਪੰਜਾਬ ਵਿੱਚ ਸਾਰੇ ਲੋਕ ਜਾਣਦੇ ਆ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ ਟਿਕਟਾਂ ਖਰੀਦੀਆਂ, ਵੰਡੀਆਂ ਔਰ ਦਿੱਤੀਆਂ, ਉਸ ਤੋਂ ਕਲੀਅਰ ਆ ਕਿ ਇਹ ਪਾਰਟੀ ਦੂਜੀਆਂ ਪਾਰਟੀਆਂ ਤੋਂ ਕੋਈ ਵੱਖਰੀ ਨਹੀਂ ਆ। ਅਤੇ ਜਿਵੇਂ ਚੰਡੀਗੜ੍ਹ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਹ ਇੱਕ ਨਾਅਰਾ ਆ ਆਮ ਆਦਮੀ ਵਾਲਾ, ਕਿ ਜਿਹੜਾ ਮੁਫਤ ਕਰ ਦੇਣਾ, ਸਾਰਾ ਕੁਛ ਮੁਫਤੋਂ ਮੁਫਤੀ ਪੰਜਾਬ 'ਚ। ਜਿਵੇਂ ਉਹ ਪੰਜਾਬ 'ਚ ਆ ਕੇ ਵੀ ਇਹੀ ਗੱਲ ਕਹਿ ਰਿਹਾ, ਆਹ ਵੀ ਮੈਂ ਮੁਫਤ ਕਰ ਦੂੰ, ਮੈਂ ਆਹ ਵੀ ਮੁਫਤ ਕਰ ਦੂੰ, 1000 ਰੁਪਇਆ ਇਹਨੂੰ ਦੇ ਦੂੰ, 2000 ਇਹਨੂੰ ਦੇ ਦੂੰ। ਤਾਂ ਚੰਡੀਗੜ੍ਹ 'ਚ ਵੀ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਉਹ ਨਾਅਰਾ ਸੀ ਉਹ ਕੰਮ ਕੀਤਾ ਆ, ਕਿ ਜਿਹੜਾ ਇੱਕੋ ਵਰਗ ਜਿਹੜਾ ਚੰਡੀਗੜ੍ਹ ਦੇ ਵਿੱਚ ਭਾਵੇਂ ਬਾਹਰਲੇ ਸੂਬਿਆਂ ਤੋਂ ਆ ਕੇ ਵਸਿਆ, ਜਿਹਦੀ ਇੱਕ ਵੱਡਾ ਵੋਟ ਬੈਂਕ ਆ, ਜਿਹੜਾ ਕਿ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਵਾਸੀ ਮਜ਼ਦੂਰਾਂ ਦਾ, ਕਿ ਉਹ ਇਸ ਵਾਰ ਜਿਹੜਾ ਪਹਿਲਾਂ BJP ਦਾ ਪੱਕਾ ਵੋਟ ਬੈਂਕ ਸੀ, ਉਹ ਇਸ ਵਾਰ ਤਬਦੀਲ ਹੋਇਆ ਆਮ ਆਦਮੀ ਪਾਰਟੀ ਵੱਲ। ਤਾਂ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਮੁਫਤੋ ਮੁਫਤੀ ਵਾਲੀ ਸਿਆਸੀ ਨਾਅਰਿਆਂ ਦੀ ਸਿਆਸਤ ਆ, ਵੀ ਉਹਦਾ ਪੰਜਾਬ ਦੇ ਇਸ ਵਾਰ ਦੇ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਮਿਲ ਸਕਦਾ ਜਾਂ ਨਹੀਂ? ਪਹਿਲਾਂ ਆਪਾਂ ਚੰਡੀਗੜ੍ਹ ਤੋਂ ਪਹਿਲਾਂ ਦਿੱਲੀ ਦਾ ਪੈਟਰਨ ਕੁਛ ਉਹਦੇ 'ਤੇ ਨਿਗਾਹ ਮਾਰ ਲਈਏ। ਉਸ ਦੀ ਸਿਆਸਤ ਦਾ, ਉਸ ਦੀ ਜਿੱਤਾਂ ਦਾ, ਉਸ ਦੇ ਨਾਅਰਿਆਂ ਦਾ ਪੰਜਾਬ ਉੱਤੇ ਕੀ ਅਸਰ ਹੋ ਸਕਦਾ ਹੈ, ਉਹ ਆਪਾਂ ਪਹਿਲਾਂ ਦਿੱਲੀ ਦੇ ਉੱਤੇ ਦੇਖੀਏ ਕਿ ਦਿੱਲੀ ਦਾ ਪੰਜਾਬ ਨਾਲ ਕੋਈ ਮੁਕਾਬਲਾ ਨਹੀਂ ਹੈ। ਦਿੱਲੀ ਇੱਕ ਕੰਪੈਕਟ ਸਟੇਟ ਆ। ਦਿੱਲੀ ਇੱਕ ਟ੍ਰੇਡਿੰਗ ਸੈਂਟਰ ਆ, ਨਾਰਥ ਇੰਡੀਆ ਦਾ ਸਭ ਤੋਂ ਵੱਡਾ ਟ੍ਰੇਡਿੰਗ ਸੈਂਟਰ। ਔਰ ਉੱਥੇ ਜਿਹੜੀ ਪਰ ਕੈਪੀਟਾ ਆਮਦਨ ਆ, ਉਹ ਪੰਜਾਬ ਦੀ ਪਰ ਕੈਪੀਟਾ ਇਨਕਮ ਦੇ ਮੁਕਾਬਲੇ ਉਹ ਤਕਰੀਬਨ 3 ਗੁਣਾ ਹੈ। ਔਰ ਉਸ ਤੋਂ ਇਲਾਵਾ
ਗੌਰਮੈਂਟ ਆਫ ਇੰਡੀਆ ਜਿਹੜੀ ਆ ਉਹਦੇ ਸੈਂਟਰ ਹੋਣ ਕਰਕੇ ਸੀਟ ਹੋਣ ਕਰਕੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ, ਜਿਵੇਂ ਮਿਸਾਲ ਦੇ ਤੌਰ 'ਤੇ ਪੰਜਾਬ ਦੇ ਪਾਣੀ, ਪੰਜਾਬ ਦੀ ਬਿਜਲੀ, ਉਹ ਦਿੱਲੀ ਦੇ ਵਿੱਚ ਲੈ ਕੇ ਗਏ ਆ ਔਰ ਦਿੱਲੀ ਵਾਸੀਆਂ ਨੂੰ ਉਹ ਸਪਲਾਈ ਕੀਤੀ ਹੈ ਔਰ ਫ੍ਰੀ ਆਫ ਕਾਸਟ ਕੀਤੀ ਹੈ। ਔਰ ਪੰਜਾਬ 'ਚੋਂ ਸਬਸਟੈਂਸ਼ੀਅਲ ਜਿਹੜੀ ਇਹ ਰਿਸੋਰਸਿਸ ਆ ਇਹ ਦਿੱਲੀ ਵਿੱਚ ਟਰਾਂਸਫਰ ਹੋਏ ਆ ਔਰ ਅੱਜ ਵੀ ਹੋ ਰਹੇ ਆ। ਉੱਥੇ ਐਡੇ ਵੱਡੇ ਇੱਕ ਫਾਈਨੈਂਸ਼ੀਅਲ ਕੈਪੀਟਲ ਦੇ ਵਿੱਚ ਜੋ ਵੰਡ ਵਿਤਰਨ ਦਾ ਇਸ ਪਾਰਟੀ ਨੇ ਜਾਂ ਕੇਜਰੀਵਾਲ ਨੇ ਪ੍ਰਬੰਧ ਕੀਤਾ ਹੈ, ਉਹ ਸਿਰਫ ਪ੍ਰਬੰਧਨ ਨਹੀਂ ਆ, ਪ੍ਰੋਡਕਸ਼ਨ ਤਾਂ ਕੋਈ ਨਹੀਂ ਆ, ਕੋਈ ਗੱਲ ਨਹੀਂ ਕੀਤੀ। ਅਤੇ ਜਿੱਥੋਂ ਤੱਕ ਇਸ ਗੱਲ ਦਾ ਸੰਬੰਧ ਆ ਕਿ ਪਾਣੀ ਮੁਫਤ ਦੇ ਦਿਓ, ਤੁਹਾਨੂੰ ਮਿਲਿਆ ਹੀ ਮੁਫਤ ਆ, ਤੁਸੀਂ ਮੁਫਤ ਦੇ ਸਕਦੇ ਹੋ। ਦੂਜੀ ਗੱਲ, ਤੁਹਾਡੇ ਕੋਲ ਜਿਹੜੇ ਸਿਹਤ ਦੇ ਕੇਂਦਰ ਆ, ਉੱਥੇ ਪ੍ਰਾਇਮਰੀ ਸਿਹਤ ਕੇਂਦਰ ਆ, ਉਹ ਸਿਹਤ ਕੇਂਦਰ ਵੀ ਇੱਕ ਦਿਖਾਵਾ ਜ਼ਿਆਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਉੱਥੇ ਕੋਈ ਰਾਈਟ ਹੋਏ, ਐਂਟੀ ਮੁਸਲਿਮ ਰਾਈਟ ਹੋਏ, ਉਸ ਵੇਲੇ ਜਿਹੜੇ ਹੰਡਰਡਸ ਆਫ ਪੀਪਲ ਜਿਹੜੇ ਇੰਜਰ ਹੋਏ, ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਉਹਨਾਂ ਕੇਂਦਰਾਂ ਤੋਂ। ਉਹ ਕੇਂਦਰ ਬੰਦ ਕਰਕੇ ਚਲੇ ਗਏ। ਤਾਂ ਇਹੋ ਜਿਹੀ ਸਿਚੁਏਸ਼ਨ 'ਚ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕਿਵੇਂ ਉੱਥੇ ਜਿਹੜੀ ਆ ਉਹ ਗੈਸ ਦਾ ਖਾਤਮਾ ਹੁੰਦਾ ਹੈ, ਕਿਵੇਂ ਤੜਪਦੇ ਆ ਲੋਕ ਔਰ ਪੰਜਾਬ ਵੱਲ ਨੂੰ ਆਉਂਦੇ ਆ। ਜੇ ਪੰਜਾਬ ਇੰਨਾ ਹੀ ਗਿਆ ਗੁਜ਼ਰਿਆ ਹੈ ਅਤੇ ਪੰਜਾਬ ਉਹਨਾਂ ਦੇ ਪੇਸ਼ੈਂਟ ਪੰਜਾਬ ਵੱਲ ਨੂੰ ਕਿਉਂ ਆਏ? ਤਾਂ ਇਸ ਕਰਕੇ ਇਹ ਦਿਖਾਵੇ ਜ਼ਿਆਦਾ, ਡਰਾਮੇ ਜ਼ਿਆਦਾ ਹੈ, ਇੱਕ ਪ੍ਰਚਾਰ ਜ਼ਿਆਦਾ ਹੈ, ਅਸਲੀਅਤ ਘੱਟ ਆ। ਜਿੱਥੋਂ ਤੱਕ ਚੰਡੀਗੜ੍ਹ ਦਾ ਸੰਬੰਧ ਆ, ਚੰਡੀਗੜ੍ਹ ਨੂੰ ਵੀ ਇੱਕ ਦਿੱਲੀ ਦੇ ਪੈਟਰਨ 'ਤੇ ਹੀ ਦੇਖਣਾ ਪਏਗਾ, ਕਿਉਂਕਿ ਇਹ ਵੀ ਇੱਕ ਵਾਧੂ ਆਮਦਨ ਦਾ ਸ਼ਹਿਰ ਆ। ਸੈਂਟਰਲ ਗੌਰਮੈਂਟ ਇਸ ਨੂੰ ਬਹੁਤ ਵੱਡੇ ਗ੍ਰਾਂਟਾਂ ਦਿੰਦੀ ਹੈ ਔਰ ਪਰ ਕੈਪੀਟਾ ਗ੍ਰਾਂਟ ਬਹੁਤ ਜ਼ਿਆਦਾ ਹੈ ਔਰ ਇਹਦੇ ਆਪਣੇ ਰਿਸੋਰਸਿਸ ਵੀ ਕਾਫੀ ਆ। ਇਸ ਹਾਲਤ ਵਿੱਚ ਚੰਡੀਗੜ੍ਹ ਦੇ ਵਿੱਚ ਉਹ ਦੇ ਸਕਦੇ ਆ, ਅਫੋਰਡ ਕਰਦੇ ਆ। ਪਾਣੀ ਦਿੱਤਾ ਅਤੇ ਦੂਜਾ ਬਿਜਲੀ ਦਾ ਰੇਟ ਥੋੜ੍ਹੇ ਜਿਹੇ ਘਟਾਉਣ ਦੀ ਗੱਲ ਕੀਤੀ ਆ। ਅਤੇ ਆਮ ਲੋਕਾਂ ਦੇ ਵਿੱਚ ਜਿਹੜਾ ਤੀਜੀ ਧਿਰ ਹੋਣ ਦਾ ਪ੍ਰਚਾਰ ਆ, ਉਹ ਇੱਕ ਸਤੇ ਹੋਏ ਲੋਕ ਆ, ਬਹੁਤ ਸਾਰੇ ਇਗਨੋਰੈਂਟ ਆ ਔਰ ਐਗਜ਼ਿਸਟਿੰਗ ਐਡਮਿਨਿਸਟ੍ਰੇਸ਼ਨ ਜਿਹੜੀ ਆ ਇਸ ਵੇਲੇ ਪੰਜਾਬ 'ਚ ਆ ਜਾਂ ਚੰਡੀਗੜ੍ਹ 'ਚ ਆ, ਉਹ ਕਰਪਸ਼ਨ ਨਾਲ ਭਰਪੂਰ ਆ। ਉਹ ਪੈਰ 'ਤੇ ਕਰਪਸ਼ਨ ਆ। ਉਸ ਵਿੱਚੋਂ ਥੋੜ੍ਹੀ ਬਹੁਤ ਰਾਹਤ ਅਗਲੇ ਲੋਕ ਇਹਦੇ ਵਿੱਚੋਂ ਦੇਖਦੇ ਆ ਵੀ ਸ਼ਾਇਦ ਇਹ ਆਵੇ ਔਰ ਸਾਨੂੰ ਰਾਹਤ ਦੇਵੇ। ਜਿੱਥੋਂ ਤੱਕ ਇਸ ਦੇ ਪੰਜਾਬ ਉੱਤੇ ਅਸਰ ਦਾ ਸੰਬੰਧ ਆ, ਪੰਜਾਬ ਉੱਤੇ ਇਹਦਾ ਅਸਰ ਥੋੜ੍ਹਾ ਹੋ ਸਕਦਾ, ਮੈਂ ਨਹੀਂ ਕਹਿੰਦਾ ਨਹੀਂ ਹੋ ਸਕਦਾ, ਪਰ ਪੰਜਾਬ ਵਿੱਚ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਹਾਂ ਕਿ ਇਹ ਕੋਈ ਤੀਜੀ ਧਿਰ ਆ। ਤੀਜੀ ਧਿਰ ਬਿਲਕੁਲ ਨਹੀਂ ਆ। ਉਹ ਪਹਿਲਿਆਂ ਵਰਗਾ ਹੀ ਹਾਲ ਆ ਇਹਦਾ। ਤਾਂ ਉਹਨਾਂ ਦੇ ਤੌਰ ਤਰੀਕੇ ਆ। ਮੈਨੂੰ ਇੱਕ ਤਰੀਕਾ ਦੱਸ ਦਿਓ ਜਿਹੜਾ ਇਹ ਵੱਖਰਾ ਹੈ। ਤੁਸੀਂ ਕਿਹਾ ਵੀ ਇਹ ਪਹਿਲਾਂ ਵਾਲੀਆਂ ਧਿਰਾਂ ਵਰਗੀ ਧਿਰ ਆ। ਉਹ ਤੋਂ ਵੀ ਗਾਂਹ ਜਾ ਕੇ ਤੁਸੀਂ ਇੱਕ ਬੜਾ ਸਖਤ ਕਮੈਂਟ, ਬੜੀ ਸਖਤ ਟਿੱਪਣੀ ਕੀਤੀ ਸੀ ਕਿ ਕੇਜਰੀਵਾਲ ਪੰਜਾਬ ਦਾ ਅਗਲਾ ਬੇਅੰਤਾ ਬੁੱਚੜ ਹੋਵੇਗਾ ਜੇ ਇਹ ਸੱਤਾ 'ਚ ਆਉਂਦਾ। ਤਾਂ ਤੁਸੀਂ ਇਹ ਕਿਸ ਆਧਾਰ 'ਤੇ ਇਹ ਗੱਲ ਕਹਿਤੀ ਕਿ ਤੁਹਾਨੂੰ ਕਿਹੜੀ ਟੈਂਡੈਂਸੀ ਕੇਜਰੀਵਾਲ 'ਚ ਇਹੋ ਜੀ ਦਿਖ ਰਹੀ ਆ ਕਿ ਜਿਹੜਾ ਜੁਰਮ ਜਿਹੜਾ ਆ ਉਹ ਬੇਅੰਤ ਸਿੰਘ ਦੀ ਸਰਕਾਰ ਨੇ ਕੀਤਾ ਸੀ, ਕਿ ਜੇ ਕੇਜਰੀਵਾਲ ਦੀ ਸਰਕਾਰ ਬਣਦੀ ਆ ਤਾਂ ਇਹ ਉਹੋ ਜਿਹਾ ਹੀ ਜੁਰਮ ਜਿਹੜਾ ਆ ਉਹ ਢਾਹ ਸਕਦਾ? ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਇਹ ਪੰਜਾਬੀਆਂ ਨੂੰ ਨਾਲ ਕੋਆਪਟ ਨਹੀਂ ਕਰ ਰਿਹਾ, ਉਹਨਾਂ ਤੋਂ ਸਿਰਫ ਤਾਕਤ ਲੈ ਰਿਹਾ। ਹੁਕਮਰਾਨੀ ਇਹਦੀ ਆਪਣੀ ਚੱਲਣੀ ਆ। ਹੁਣ ਤੱਕ ਇਹੋ ਹੀ ਚੱਲੀ ਆ। ਐਕਸਪੀਰੀਅੰਸ ਆ। ਪੰਜਾਬ ਦੀ ਲੀਡਰਸ਼ਿਪ ਨੂੰ ਇਹਨੇ ਪਾਸੇ ਕਰਤਾ, ਸਾਈਡਲਾਈਨ ਕਰਤਾ। ਅਜੇ ਤੱਕ ਅੱਜ ਕੱਲ੍ਹ ਰਿਵਾਜ ਹੈਗਾ ਮੁੱਖ ਮੰਤਰੀ ਐਲਾਨ ਕੀਤਾ ਜਾਂਦਾ ਹੈ, ਉਹ ਐਲਾਨ ਇਹ ਨਹੀਂ ਕਰ ਰਿਹਾ, ਦੂਜਿਆਂ ਤੋਂ ਮੰਗ ਰਿਹਾ ਕਿ ਤੁਸੀਂ ਐਲਾਨ ਕਰੋ। ਤਾਂ ਇਹੋ ਜਿਹੀ ਹਾਲਤ ਵਿੱਚ ਜਦ ਆਪਾਂ ਐਕਸਪੀਰੀਅੰਸ ਇਹਦਾ ਦਿੱਲੀ ਦਾ ਵੀ ਦੇਖ ਲਿਆ ਕਿ ਥੋੜ੍ਹਾ ਜਿਹਾ ਵੀ ਜਿਹੜਾ ਵੱਖਰਾ ਵਿਚਾਰ ਰੱਖਦਾ ਹੈ ਉਹਨੂੰ ਇਹ ਪਾਰਟੀ ਤੋਂ ਬਾਹਰ ਕਰ ਦਿੰਦਾ ਹੈ। ਔਰ
ਪੰਜਾਬ ਦੇ ਵਿੱਚ ਇਹ ਕਿਸ ਤਰੀਕੇ ਨਾਲ ਆਪਣਾ ਰੂਲ ਕਰੇਗਾ, ਉਹ ਮੈਨੂੰ ਨਹੀਂ ਲੱਗਦਾ ਕਿ ਇਹਦੇ ਸਿਵਾਏ ਪੁਲਿਸ ਰੂਲ ਦੇ ਇਹਦੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਆ। ਕਿਉਂਕਿ ਜਾਂ ਤਾਂ ਉਹ ਇੱਥੋਂ ਦੇ ਲੋਕਾਂ ਨੂੰ ਤਾਕਤ ਉਹਨਾਂ ਦੇ ਹੱਥ ਵਿੱਚ ਦੇਵੇ, ਤਾਂ ਇਸ ਕਰਕੇ ਮੈਨੂੰ ਕੋਈ ਰਸਤਾ ਨਹੀਂ ਦਿਖਾਈ ਦਿੰਦਾ। ਕਿਉਂਕਿ ਪਹਿਲਾਂ ਵੀ ਪੁਲਿਸ ਰੂਲ ਆ ਕਾਫੀ ਹੱਦ ਤੱਕ, ਇੱਥੇ ਨਾਅਰੇ ਉਹੀ ਆ, ਨਾਅਰੇ ਸੈਂਟਰ ਵਾਲੇ ਦਿੰਦੇ ਆ। ਇੱਕ ਛੋਟੇ ਜਿਹੇ ਮਾਮਲੇ ਨੂੰ ਲੈ ਕੇ ਅੱਤਵਾਦੀ ਆ ਗਏ ਹੋਏ, ਖਾਲਿਸਤਾਨੀ ਆ ਗਏ ਹੋਏ, ਇਹ ਜਿਹੜੇ ਨਾਅਰੇ ਲਾਏ ਜਾਂਦੇ ਆ ਉਹ ਦੂਜਾ ਪੁਲਿਸ ਵਾਲਿਆਂ ਦਾ ਵੈਸਟਡ ਇੰਟਰਸਟ ਆ। ਕਿਉਂਕਿ ਪੰਜਾਬ ਦੇ ਵਿੱਚ ਟਾਪ ਹੈਵੀ ਪੁਲਿਸ ਐਡਮਿਨਿਸਟ੍ਰੇਸ਼ਨ ਆ, ਉਹ ਡਰਾਉਂਦੇ ਆ ਹਰ ਚੀਫ ਮਿਨਿਸਟਰ ਨੂੰ ਕਿ ਆਏ ਜੀ ਪਾਕਿਸਤਾਨ ਆ ਗਿਆ, ਚੀਨ ਆ ਗਿਆ ਵਗੈਰਾ ਵਗੈਰਾ। ਔਰ ਛੋਟੇ ਜਿਹੇ ਮਾਮਲੇ ਲੈ ਕੇ ਉਹਨੂੰ ਇੰਨਾ ਭੜਕਾਉਂਦੇ ਆ ਕਿ ਉਸ ਤੋਂ ਬਾਅਦ ਇਹ ਜਿਹੜੇ ਰਾਜਨੀਤੀਵਾਨ ਆ ਉਹਨਾਂ ਦੇ ਹੱਥਾਂ ਵਿੱਚ ਪਲੇ ਕਰਦੇ ਆ, ਫਿਰ ਉਹਨਾਂ ਦੇ ਹੱਥਾਂ ਤੋਂ ਬਾਹਰ ਜਾ ਨਹੀਂ ਸਕਦੇ। ਔਰ ਇਹ ਰੌਲਾ ਪਾ ਕੇ, ਇਹ ਹਊਆ ਖੜਾ ਕਰਕੇ ਵੱਖਵਾਦ ਦਾ ਜਾਂ ਆਤੰਕਵਾਦ ਦਾ ਜਾਂ ਫਿਰਕਾ ਪ੍ਰਸਤੀ ਦਾ, ਉਹ ਪੰਜਾਬ ਦੇ ਵਿੱਚ ਉਸੇ ਟਾਪ ਦੇ ਰੂਲ ਕਰਨਗੇ ਜੋ ਜਿਹਾ ਪਹਿਲਾਂ ਹੁੰਦਾ ਆ ਰਿਹਾ ਹੈ। ਬਿਲਕੁਲ, ਤੁਸੀਂ ਇਹ ਤਾਂ ਆਮ ਆਦਮੀ ਪਾਰਟੀ ਦੀ ਗੱਲ ਹੋ ਗਈ। ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਜਦੋਂ ਆਪਣੇ ਪੂਰੇ ਜੋਬਨ 'ਤੇ ਸੀ, ਤੁਸੀਂ ਉਹ ਵੀ ਸਮਾਂ ਪੱਤਰਕਾਰੀ ਕਰਦੇ ਰਹੇ ਹੋ। ਧਰਮ ਯੁੱਧ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ, ਹੋਰ ਵੱਡੇ ਮੋਰਚੇ ਸ਼੍ਰੋਮਣੀ ਅਕਾਲੀ ਦਲ ਨੇ ਲਾਏ। ਅੱਜ ਸ਼੍ਰੋਮਣੀ ਅਕਾਲੀ ਦਲ ਜਿੱਥੇ ਖੜੀ ਆ ਕਿ ਉਸ ਦਾ ਆਧਾਰ ਲਗਾਤਾਰ ਖੁੱਸ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਆ ਹੋਰ ਪਾਰਟੀਆਂ 'ਚ ਵੀ ਜਾ ਰਹੇ ਨੇ, ਅਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜੀ ਸਿੱਖਾਂ ਦੀ ਪੋਲੀਟਿਕਸ ਆ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਇਰਦ ਗਿਰਦ ਘੁੰਮਦੀ ਸੀ ਜਾਂ ਉਹਦੇ ਉੱਤੇ ਖੜੀ ਸੀ, ਤਾਂ ਉਸ ਦੇ ਉੱਤੇ ਕੀ ਅਸਰ ਪੈ ਸਕਦੇ ਨੇ, ਜਾਂ ਕੀ ਸਿੱਖ ਪੋਲੀਟਿਕਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤਬਦੀਲੀ ਆ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਜੋੜ ਕੇ ਜੇ ਆਪਾਂ ਦੇਖਣਾ ਹੋਵੇ? ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਲੀਡਰਸ਼ਿਪ ਦਾ ਸਿਸਟਮ ਆ, ਉਹਦੇ ਉੱਤੇ ਕਾਂਗਰਸ ਦਾ ਬੜਾ ਅਸਰ ਪਿਆ ਹੈ। ਇੰਦਰਾ ਗਾਂਧੀ ਨੇ 1970-71 ਵਿੱਚ ਆਪਣੀ ਪੋਲੀਟਿਕਸ ਇਸ ਤਰੀਕੇ ਦੀ ਚਲਾਈ ਆ ਕਿ ਇੱਕ ਤਾਂ ਉਹਦੇ ਕੋਲ ਤਾਨਾਸ਼ਾਹੀ ਜਿਹੜੀ ਤਾਕਤ ਆ ਗਈ ਸੀ ਬੰਗਲਾਦੇਸ਼ ਤੋਂ ਬਾਅਦ। ਦੂਜੀ ਗੱਲ, ਉਸਨੇ ਇਹਦਾ ਜਿਹੜਾ ਨਤੀਜਾ ਇਹ ਕੱਢਿਆ ਕਿ ਮੈਨੂੰ ਕਲੈਕਟਿਵ ਲੀਡਰਸ਼ਿਪ ਦੀ ਲੋੜ ਨਹੀਂ ਆ। ਉਸਨੇ ਉਹ ਆਪਣੇ ਘਰ ਵੱਲ ਗਈ ਔਰ ਇਸ ਦਾ ਜਿਹੜਾ ਹੈਗਾ ਉਹ ਸਾਰੀ ਤਾਕਤ ਆਪਣੇ ਘਰ ਲੈ ਗਈ। ਪਰਿਵਾਰਵਾਦ ਉਹਨੇ ਲੈਣ ਦਾ, ਇਸੇ ਨੂੰ ਦੇਖ ਕੇ ਕੁਝ ਸਾਲਾਂ ਦੇ ਅੰਦਰ ਅੰਦਰ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਇਸੇ ਲਾਈਨ 'ਤੇ ਆ ਗਏ। ਉਹਨਾਂ ਨੇ ਇਸ ਤਰੀਕੇ ਨਾਲ ਆਪਣਾ ਪੋਲੀਟਿਕਸ ਚਲਾਇਆ ਕਿ ਅਲਟੀਮੇਟਲੀ ਸਾਰੀ ਪਾਵਰ ਉਹਨਾਂ ਦੇ ਘਰ ਆ ਗਈ। ਤਾਂ ਭਾਵੇਂ ਇਹ ਟਾਈਮ ਲੱਗਿਆ, ਉਹਨਾਂ ਨੇ ਆਪਣੇ ਆਪ ਨੂੰ ਅਗੇਂਸਟ ਖੜਾ ਕੀਤਾ ਕਾਂਗਰਸ ਦੇ, ਔਰ ਆਲ ਇੰਡੀਆ ਪਾਰਟੀ ਨਾਲ ਖੜਾ ਕੀਤਾ। ਦੂਜਾ, ਸਮੂਹ ਲੀਡਰਸ਼ਿਪ ਜਿਹੜੀ ਆ ਉਹਨਾਂ ਨੇ ਰਿਮੂਵ ਕੀਤੀ, ਉਹਨਾਂ ਨੂੰ ਨੁਕਰੇ ਲਾਇਆ। ਜਿਹੜੇ ਹੋਰ ਕਲੇਮੈਂਟ ਸੀਗੇ, ਸੀਨੀਅਰ ਲੀਡਰ ਸੀ, ਉਹਨਾਂ ਨੂੰ ਨੁਕਰੇ ਲਾਇਆ ਔਰ ਨੁਕਰੇ ਲਾਉਣ ਤੋਂ ਬਾਅਦ ਇਹ ਆਪਣੇ ਪਰਿਵਾਰਵਾਦ ਵੱਲ ਚਲਾ ਗਿਆ। ਤਾਂ ਇਹ ਸਿਆਸਤ ਜਿਹੜੀ ਆ, ਇਹ ਪੁਰਾਣੀ ਜਿਹੜੀ ਪੰਥਕ ਸਿਆਸਤ ਆ, ਉਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਆ। ਇਹ ਪੂਰੀ ਤਰ੍ਹਾਂ ਬੀਜੇਪੀ ਉੱਤੇ ਡਿਪੈਂਡੈਂਟ ਔਰ ਜਾਂ ਆਧਾਰ ਇਹਦਾ ਰਿਹਾ ਹੈਗਾ, ਨਿਰਭਰਤਾ ਰਹੀ ਹੈ। ਤਾਂ ਉਹ ਨਿਰਭਰਤਾ ਨੇ ਇਸ ਨੂੰ ਜਿਹੜੀ ਰਾਸ਼ਟਰਵਾਦੀ ਕਿਸਮ ਦੇ ਨਾਅਰੇ ਜਿਹੜੇ ਆ ਉਹ ਲਾਉਣ 'ਤੇ ਮਜਬੂਰ ਕਰ ਦਿੱਤਾ। ਕਿਉਂਕਿ ਇਸ ਨੇ ਸਾਰੇ ਸਿੱਖਾਂ ਨੂੰ ਇਕੱਠੇ ਹੋਣ ਨਹੀਂ ਦਿੱਤਾ। ਜੇ ਇਕੱਠੇ ਹੋਣ ਦਿੰਦਾ ਤਾਂ ਸਿੱਖ ਪਾਵਰ ਬਹੁਤ ਤਕੜੀ ਆ। ਇਸ ਨੇ ਜਾਣ ਬੁੱਝ ਕੇ ਵੰਡਿਆ ਸਿੱਖਾਂ ਨੂੰ, ਔਰ ਸਿੱਖਾਂ ਦੇ ਬਹੁਤ ਸਾਰੇ ਹਿੱਸਿਆਂ ਦੇ ਉੱਤੇ ਇਹਨੇ ਉਹ ਇਲਜ਼ਾਮ ਲਾਏ ਜਿਹੜੇ ਕਾਂਗਰਸ ਲਾਉਂਦੀ ਆ ਰਹੀ ਆ, ਜਿਹੜੇ ਬੀਜੇਪੀ ਲਾਉਂਦੀ ਆ ਰਹੀ ਹੈ। ਇਸ ਕਰਕੇ ਸਿੱਖਾਂ ਨੂੰ ਦੋ ਹਿੱਸਿਆਂ ਵਿੱਚ ਇਹਨੇ ਖੁਦ ਵੰਡਿਆ ਹੈ। ਔਰ ਵੰਡਣ ਤੋਂ ਬਾਅਦ
ਇਹਨੇ BJP ਦੇ ਨਾਲ ਰਲ ਕੇ ਇਹ ਹਕੂਮਤਾਂ ਕੀਤੀਆਂ। ਉਹ ਪਰਿਵਾਰਵਾਦ ਉਹਨਾਂ ਦੀ ਅਪਰੂਵਲ ਨਾਲ ਚੱਲਿਆ ਹੈ। ਔਰ ਇਹ 1999 'ਚ ਜਦੋਂ 98-99 ਵਾਜਪਾਈ ਸਰਕਾਰ ਆਈ ਅਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਅਰਾ ਹੁੰਦਾ ਸੀ ਕਿ ਜੀ ਅਸੀਂ ਤਾਂ ਬਿਨਾਂ ਸ਼ਰਤ ਤੁਹਾਨੂੰ ਸਪੋਰਟ ਦੇ ਰਹੇ ਹਾਂ। ਉਹ ਸਮਝਦੇ ਸੀ ਕਿ ਬਿਨਾਂ ਸ਼ਰਤ ਦਾ ਅਰਥ ਕੀ ਹੈ। ਉਹ ਚੁੱਪ ਕਰਕੇ ਕਦੇ ਸੁਖਬੀਰ ਨੂੰ, ਕਦੇ ਨੂੰਹ ਨੂੰ, ਕਦੇ ਇਹਨਾਂ ਦੇ ਜੋ ਕੋਈ ਇੱਕ ਅੱਧਾ ਸੈਕੰਡ ਰੈਂਕ ਦਾ ਜਾਂ ਥਰਡ ਰੈਂਕ ਦਾ ਇਹਨਾਂ ਦਾ ਵਰਕਰ ਸੀ ਉਹਨੂੰ ਨਾਲ ਛੋਟੀ ਮੋਟੀ ਪਾਵਰ ਦਵਾ ਦਿੰਦੇ ਸੀ। ਪਰ ਬੁਨਿਆਦੀ ਤੌਰ 'ਤੇ ਇਹਨੂੰ ਪਾਵਰ ਦਿੰਦੀ ਰਹੀ ਹੈ BJP ਇਹਦੇ ਪਰਿਵਾਰ ਨੂੰ, ਔਰ ਪਰਿਵਾਰਵਾਦ ਪ੍ਰਮੋਟ ਹੁੰਦਾ ਰਿਹਾ ਹੈ। ਜਿੰਨੀ ਦੇਰ ਪਰਿਵਾਰਵਾਦ ਹੈ ਉਨੀ ਦੇਰ ਅਕਾਲੀ ਦਲ ਪੰਥਕ ਪ੍ਰੋਗਰਾਮ ਨਹੀਂ ਚਲਾ ਸਕਦਾ। ਇਸ ਕਰਕੇ ਮੇਰਾ ਦ੍ਰਿੜ ਨਿਸ਼ਚਾ ਹੈ ਕਿ ਜਿੰਨੀ ਦੇਰ ਇਹ ਪਰਿਵਾਰ ਕਮਜ਼ੋਰ ਨਹੀਂ ਹੁੰਦਾ ਉਨੀ ਦੇਰ ਇਹ ਪੰਜਾਬ ਦਾ ਭਲਾ ਨਹੀਂ ਕਰ ਸਕਦਾ। ਇਹ ਇਸ ਤਰ੍ਹਾਂ ਦੇ ਮੇਰੇ ਵਿਚਾਰ ਹੈ। ਅਤੇ ਇੱਕ ਹੋਰ ਜਿਹੜਾ ਬੜਾ ਮਤਲਬ ਤੁਸੀਂ ਭਾਜਪਾ ਦੇ ਨਾਲ ਅਕਾਲੀ ਦਲ ਦੀ ਭਾਈਵਾਲੀ ਦੀ ਗੱਲ ਕੀਤੀ ਆ ਵੀ ਕਿਵੇਂ ਪਰਿਵਾਰਵਾਦ ਮਜ਼ਬੂਤ ਹੋਇਆ ਸ਼੍ਰੋਮਣੀ ਅਕਾਲੀ ਦਲ 'ਚ, ਅਤੇ ਇਹ ਤੁਹਾਡੀ ਟਿੱਪਣੀ ਆ ਕਿ ਸ਼੍ਰੋਮਣੀ ਅਕਾਲੀ ਦਲ 'ਚ ਜਦੋਂ ਇਹ ਬਾਦਲ ਪਰਿਵਾਰਵਾਦ ਜਦੋਂ ਤੱਕ ਹੈਗਾ ਉਦੋਂ ਤੱਕ ਇਹ ਪੰਥਕ ਪ੍ਰੋਗਰਾਮ ਨਹੀਂ ਚਲਾ ਸਕਦੇ। ਇੱਕ ਵੱਡੀ ਟਿੱਪਣੀ ਆ ਤੁਹਾਡੀ। ਪਰ ਹੁਣ ਇਹ ਦੇਖਣ 'ਚ ਆ ਰਿਹਾ ਕਿ ਭਾਜਪਾ ਦੇ ਨਾਲੋਂ ਤੋੜ ਵਿਛੋੜਾ ਹੋਣ ਤੋਂ ਬਾਅਦ ਕਿ ਭਾਜਪਾ ਬੜਾ ਤਿੱਖੇ ਰੂਪ 'ਚ ਪੰਜਾਬ 'ਚ ਆ ਰਹੀ ਆ। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਬੜੇ ਲੀਡਰ ਕਾਂਗਰਸ ਦੇ ਵੀ, ਸ਼੍ਰੋਮਣੀ ਅਕਾਲੀ ਦਲ ਦੇ ਵੀ, ਹੋਰ ਪਾਰਟੀਆਂ ਦੇ ਵੀ ਭਾਜਪਾ ਦੇ ਨਾਲ ਜੁੜ ਰਹੇ ਆ। ਅਤੇ ਹੁਣ ਇਹ ਕਿਹਾ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ। ਤਾਂ ਇਹ ਵੀ ਹਵਾਵਾਂ ਜਿਹੜੀਆਂ ਨੇ ਉਹ ਇਹ ਇਸ਼ਾਰੇ ਕਰ ਰਹੀਆਂ ਨੇ ਕਿ ਕੋਈ ਵੱਡੇ ਐਲਾਨ, ਖਾਸ ਤੌਰ 'ਤੇ ਸਿੱਖਾਂ ਦੇ ਮਾਮਲੇ 'ਚ ਜਾਂ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਰਹੀਆਂ ਨੇ ਉਹਨਾਂ ਦੇ ਮਾਮਲੇ 'ਚ ਕੁਛ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਉਸ ਦਿਨ ਨਰਿੰਦਰ ਮੋਦੀ ਵੱਲੋਂ। ਅਤੇ ਤੁਸੀਂ ਇਹ ਜਿਹੜੀ ਸਾਰੀ ਪੋਲੀਟਿਕਸ ਇਹ ਤਬਦੀਲ ਹੋ ਰਹੀ ਆ ਜਾਂ ਇਹ ਵਰਤਾਰਾ ਵਾਪਰ ਰਿਹਾ, ਤਾਂ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਕੋਈ ਐਲਾਨ ਇਹੋ ਜਿਹੇ ਕਰ ਸਕਦੇ ਨੇ ਅਤੇ ਉਸ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਕੀ ਅਸਰ ਪੈ ਸਕਦਾ? ਨਰਿੰਦਰ ਮੋਦੀ ਇੱਕ ਬਹੁਤ ਤੇਜ਼ ਤਰਾਰ ਪੋਲੀਟੀਸ਼ੀਅਨ ਹੈ। ਉਹ ਜਾਣਦਾ ਹੈ ਕਿ ਪੰਜਾਬ ਦੇ ਲੋਕ ਜ਼ਿਆਦਾ ਜਿਹੜੇ ਹੈਗੇ ਆ ਉਹ ਸੈਂਟੀਮੈਂਟਲ ਆ। ਉਹ ਉਹਨਾਂ ਸੈਂਟੀਮੈਂਟ ਦੇ ਨੂੰ ਉਭਾਰਦੇ ਹੋ ਅਤੇ ਉਹ ਖੁਸ਼ ਹੋ ਜਾਂਦੇ ਆ। ਇੱਥੇ ਪੰਜਾਬ ਵਾਲਿਆਂ ਨੂੰ ਇਹ ਸੋਚਣਾ ਪਏਗਾ ਕਿ ਸਾਡੀਆਂ ਸੈਂਟੀਮੈਂਟ ਸਾਡੇ ਕੀ ਆ, ਸਾਡੇ ਕੋਰ ਜਾਂ ਤੁਰ ਅੰਦਰਲੇ ਸਾਡੇ ਹਿੱਤ ਕੀ ਆ। ਸੈਂਟੀਮੈਂਟ ਜਿਹੜੇ ਆ ਉਹ ਜ਼ਿਆਦਾ ਦੇਰ ਨਹੀਂ ਚੱਲਦੇ ਹੁੰਦੇ। ਜਿਹੜੇ ਤੁਹਾਡੇ ਤੁਰ ਦੇ ਹਿੱਤ ਆ ਉਹ ਤੁਹਾਡਾ ਸਾਥ ਦਿੰਦੇ ਆ ਹਮੇਸ਼ਾ। ਤੁਹਾਡੇ ਜਿਹੜੇ ਹੁਣ ਮਿਸਾਲ ਦੇ ਤੌਰ 'ਤੇ ਆ ਜਿਹੜੇ 3 ਕਾਨੂੰਨਾਂ ਦਾ ਇਸ਼ੂ ਆਇਆ, ਇਹ 3 ਕਾਨੂੰਨ ਆਏ ਇਸ ਕਰਕੇ ਆ ਕਿਉਂਕਿ ਪ੍ਰੋਗਰੈਸਿਵਲੀ ਤੇਜ਼ੀ ਨਾਲ ਸਟੈਪ ਬਾਈ ਸਟੈਪ, ਕਦਮ ਬ ਕਦਮ ਸੈਂਟਰ ਦੀਆਂ ਪਾਵਰ ਵੱਧਦੀਆਂ ਗਈਆਂ। ਆਪਣੀਆਂ ਪਾਵਰ ਉਹ ਸਟੇਟਾਂ ਦੀਆਂ ਪਾਵਰ ਉੱਤੇ ਇਨਕਰੋਚ ਕਰਦਾ ਗਿਆ। ਔਰ ਜਿਵੇਂ ਖੇਤੀ ਕਾਨੂੰਨ ਜਿਹੜੇ ਹੈ, ਖੇਤੀਬਾੜੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਮੁੱਦੇ ਆ ਉਹਨਾਂ ਉੱਤੇ ਸਿਰਫ ਸਟੇਟ ਅਸੈਂਬਲੀ ਕੋਈ ਜਿਹੜਾ ਹੈਗਾ ਲਾ ਪਾਸ ਕਰ ਸਕਦੀ ਹੈ। ਸੈਂਟਰ ਨਹੀਂ ਕਰ ਸਕਦਾ, ਪਾਰਲੀਮੈਂਟ ਨਹੀਂ ਕਰ ਸਕਦੀ। ਪਰ ਇੰਸਟੀਟਿਊਸ਼ਨਸ ਇੰਨੀਆਂ ਬਰਬਾਦ ਕਰ ਦਿੱਤੀਆਂ ਇਸ ਹਕੂਮਤ ਨੇ, ਪਾਰਟੀਕੁਲਰਲੀ RSS ਦੇ ਜਿਹੜਾ ਰੋਡ ਮੈਪ ਆ ਉਸ ਨੂੰ ਫੋਲੋ ਕਰਦਿਆਂ ਇਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਇੰਡੀਆ ਦੀਆਂ ਲੋਕ ਰਾਜੀ ਵਿਧਾਨਕ ਸੰਸਥਾਵਾਂ ਜਿਹੜੀਆਂ ਉਹ ਕੈਪਚਰ ਕਰ ਲਈਆਂ। ਉਹਨਾਂ ਵਿੱਚ ਇਹ ਜ਼ਰੂਰਤ ਨਹੀਂ ਆ ਕਿ ਉਹ ਪ੍ਰਨਾਊਂਸ ਕਰ ਸਕਣ ਕਿ ਕਿਹੜਾ ਕਾਨੂੰਨ ਸਟੇਟਾਂ ਦਾ, ਕਿਹੜਾ ਕਾਨੂੰਨ ਸੈਂਟਰ ਦਾ, ਕਿਹੜਾ ਸੈਂਟਰ ਬਣਾ ਸਕਦਾ ਕਾਨੂੰਨ, ਕਿਹੜਾ ਸਟੇਟਾਂ ਬਣਾ ਸਕਦੀਆਂ।
ਉਹ ਇਸ਼ੂ ਹੀ ਨਹੀਂ ਰੇਜ਼ ਜਿਹੜੇ ਉਹ ਸੈਟਲ ਕਰਦੇ, ਕਿਉਂਕਿ ਜ਼ਰੂਰਤ ਹੈ ਨਹੀਂ। ਤੋ ਇਸ ਤਰ੍ਹਾਂ ਦੀਆਂ ਇੰਸਟੀਟਿਊਸ਼ਨ ਜਿੱਥੇ ਹੁਣ ਮਿਸਾਲ ਦੇ ਤੌਰ 'ਤੇ ਮੈਂ ਹੋਰ ਲੈਣਾ ਕਿ ਜਿਵੇਂ ਮਾਈਨॉरिटी ਦਾ ਇਸ਼ੂ ਆ, ਘੱਟ ਗਿਣਤੀਆਂ ਦਾ। ਮਾਈਨॉरिटी ਦੇ ਇਸ਼ੂ ਦੇ ਉੱਤੇ ਈਵਨ ਜਿਹੜਾ ਇੰਡੀਆ ਦਾ ਮਾਈਨॉरिटी ਕਮਿਸ਼ਨ ਆ ਉਹ ਨਹੀਂ ਬੋਲਦਾ। ਉਹ ਜਦੋਂ ਬੋਲਦਾ ਹੈ ਉਦੋਂ ਹੀ ਉਹ ਕੋਈ ਨਾ ਕੋਈ ਐਸੀ ਗੱਲ ਕੱਢਦਾ ਹੈ ਜਿਹੜੇ ਮਾਈਨॉरिटी ਦੇ ਅਗੇਂਸਟ ਜਾਂਦੀ ਹੈ। ਤੋ ਜਿਹੜੀਆਂ ਵੀ ਸੰਸਥਾਵਾਂ ਜਿਨ੍ਹਾਂ ਨੇ ਸਸਟੇਨ ਕਰਨਾ ਹੈ, ਜਿਨ੍ਹਾਂ ਨੇ ਜੀਵਿਤ ਕਰਨਾ ਹੈ, ਚਲਾਉਣਾ ਹੈ, ਜਿਨ੍ਹਾਂ ਨੇ ਲੋਕ ਰਾਜ ਨੂੰ ਔਰ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨਾ ਹੈ, ਵਿਧਾਨ ਦੀ ਰਾਖੀ ਕਰਨੀ ਹੈ, ਉਹ ਸਾਰੀਆਂ ਤੋਂ ਸਾਰੀਆਂ ਇੰਸਟੀਟਿਊਸ਼ਨ ਸੈਂਟਰ ਨੇ ਆਪਣੇ ਝੋਲੀ 'ਚ ਪਾ ਲਈਆਂ। ਤਾਂ ਇਸ ਕੰਟੈਕਸਟ ਵਿੱਚ ਮੋਦੀ ਜੀ ਪੰਜਾਬ ਦੇ ਵਿੱਚ ਆ ਰਹੇ ਆ। ਪੰਜਾਬ ਨੂੰ ਕੀ ਦੇਣਗੇ? ਉਹਨਾਂ ਕੋਲ ਹੈ ਕੀ? ਪੰਜਾਬ ਦਾ ਤਾਂ ਪਹਿਲਾਂ ਹੀ ਲਿਆ ਹੋਇਆ ਸਭ ਕੁਛ। ਪੰਜਾਬ ਦਾ ਪਾਣੀ ਲੈ ਗਏ, ਪੰਜਾਬ ਦੀ ਬਿਜਲੀ ਲੈ ਗਏ। ਪੰਜਾਬ ਦਾ ਤਕਰੀਬਨ 30% ਪਾਣੀ ਪੰਜਾਬ ਕੋਲ ਰਹਿ ਗਿਆ, 70% ਲੈ ਗਏ। ਬਿਜਲੀ ਜਿਹੜੀ ਆ ਉਹ 67% ਗਾਲਬਨ ਉਹ ਲੈ ਗਏ ਆ। 63 ਬਾਕੀ ਜਿਹੜੀ ਹੈਗੀ ਆ 33 ਜਾਂ 35% ਪੰਜਾਬ ਕੋਲ ਰਹੀ ਆ। ਸਸਤੀ ਬਿਜਲੀ ਜਿਹੜੀ 20-25 ਪੈਸੇ ਪਰ ਯੂਨਿਟ ਜਿਹਦੀ ਕਾਸਟ ਆ, ਅੱਜ ਸਾਨੂੰ 10-10 ਰੁਪਏ 12-12 ਰੁਪਏ ਪਰ ਯੂਨਿਟ ਕੰਜ਼ਿਊਮਰ ਨੂੰ ਮਿਲਦੀ ਹੈ। ਤਾਂ ਸਾਰਾ ਕੁਛ ਲਿਜਾਣ ਤੋਂ ਬਾਅਦ ਉਹ ਪੰਜਾਬ ਨੂੰ ਕੀ ਦੇਣ ਆ ਰਹੇ ਆ? ਫਿਰ 1966 ਵਿੱਚ ਜੋ ਇੰਦਰਾ ਗਾਂਧੀ ਨੇ ਪੰਜਾਬ ਦੇ ਨਾਲ ਦੁਸ਼ਮਣੀ ਕਮਾਉਂਦਿਆਂ ਸਾਰੇ ਇਲਾਕੇ 'ਚੋਂ ਬਾਹਰ ਕੱਢੇ, ਸਾਡੇ ਪਹਾੜ ਬਾਹਰ ਕੱਢੇ, ਸਾਡਾ ਸਾਰੇ ਦਾ ਸਾਰਾ ਜਿਹੜਾ ਪਾਲਣ ਵਾਲੇ ਆ ਦਰਿਆਵਾਂ ਨੂੰ ਉਹ ਬਾਹਰ ਕੱਢੇ। ਤਾਂ ਸਾਡੇ ਦਰਿਆਵਾਂ ਦਾ ਰਹਿੰਦਾ ਖੂੰਦਾ ਪਾਣੀ ਉਹ ਲਿਜਾਣ ਦੀ ਕੋਸ਼ਿਸ਼ ਕੀਤੀ ਔਰ ਲੈ ਗਏ। ਤਾਂ ਉਸ ਤੋਂ ਬਾਅਦ ਉਹ ਦੇਣ ਕੀ ਆ ਰਹੇ ਆ? ਕੁਛ ਵੀ ਨਹੀਂ ਉਹਨਾਂ ਕੋਲ ਦੇਣ ਨੂੰ। ਪਰ ਜੇ ਸਿੱਖਾਂ ਦੇ ਸੈਂਟੀਮੈਂਟ ਨੂੰ ਉਭਾਰਨ ਵਾਸਤੇ ਚੰਦ ਇੱਕ ਛੁਣਛਣੇ ਦੇ ਵੀ ਦੇਣ ਤੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ। ਇਹ ਛੁਣਛਣੇਬਾਜ਼ੀ ਆ। ਚੰਡੀਗੜ੍ਹ ਵੀ ਛੁਣਛਣਾ ਹੀ ਹੈ ਇੱਕ। ਮੈਂ ਇਸ ਨੂੰ ਜ਼ਿਆਦਾ ਇਸ ਤੋਂ ਕੋਈ ਉਮੀਦ ਮੈਨੂੰ ਹੈ ਨਹੀਂ। ਜਿਹੜੀ ਗੱਲ BJP ਇਸ ਵੇਲੇ ਪੰਜਾਬ ਵਿੱਚ ਕਰ ਰਹੀ ਆ ਉਹ ਹੈਗੀ ਆ ਜਿਹੜੇ ਫਲੋਟਿੰਗ ਲੋਕ ਆ, ਫਲੋਟਿੰਗ ਤਰ ਰਹੇ ਆ, ਕਦੇ ਇੱਕ ਪਾਰਟੀ ਕਦੇ ਦੂਜੀ। ਇਹ ਜਿਹੜਾ ਸਿਸਟਮ ਪੰਜਾਬ 'ਚ 2 ਕੁਆਟਰਾਂ ਦਾ ਸੀਗਾ ਉਹ ਲੱਗਿਆ ਹੋਇਆ ਭ੍ਰਿਸ਼ਟਾਚਾਰੀ ਸਿਸਟਮ ਆ ਪੂਰਾ ਹੀ। ਉਸ ਸਿਸਟਮ ਦੇ ਵਿੱਚ ਜਿਹੜੇ ਹੈਵ ਨਾਟਸ ਬਣ ਰਹੇ ਆ, ਜਿਹੜੇ ਬਾਹਰ ਜਾ ਰਹੇ ਆ ਪਾਵਰ ਤੋਂ ਜਾਂ ਜਾਣ ਦਾ ਖਤਰਾ ਹੈ ਉਹਨਾਂ ਨੂੰ, ਉਹ BJP ਵੱਲ ਝੁਕ ਰਹੇ ਆ ਵੀ ਚਲੋ ਜੇ ਪੰਜਾਬ ਵਿੱਚ ਪਾਵਰ ਨਾ ਸਹੀ ਤਾਂ ਸੈਂਟਰ ਦੇ ਭਾਈਵਾਲ ਬਣ ਜਾਣਗੇ। ਜਾਂ ਜੇ ਉਹਨਾਂ ਦੇ ਜੋ ਉਹਨਾਂ ਨੇ ਨਜਾਇਜ਼ ਪੈਸੇ ਕਮਾਏ ਆ, ਸਾਨੂੰ ਜਿਹੜੇ ED ਦੇ ਨੋਟਿਸ ਨਹੀਂ ਆਉਣਗੇ, ਸਾਨੂੰ ਇਨਕਮ ਟੈਕਸ ਵਾਲੇ ਨਹੀਂ ਪੁੱਛਣਗੇ। ਤਾਂ ਉਹ ਸੇਫ ਰਸਤਾ ਆਪਣਾ ਲੱਭ ਰਹੇ ਆ ਥਰੂ BJP। ਤਾਂ ਇਹ ਕੰਟੈਕਸ ਹੈਗਾ ਉਹਦੇ ਪੰਜਾਬ ਆਉਣ ਦਾ, ਫਿਰੋਜ਼ਪੁਰ ਆਉਣ ਦਾ। ਤਾਂ ਇਹਦੇ ਵਿੱਚੋਂ ਨਿਕਲਣ ਵਾਲਾ ਮੈਨੂੰ ਕੁਛ ਨਹੀਂ ਲੱਗਦਾ। ਸੁਖਦੇਵ ਸਿੰਘ ਜੀ, ਆਖਰੀ ਸਵਾਲ ਆ ਇੰਟਰਵਿਊ ਦਾ ਕਿ ਪੰਜਾਬ ਦੀ ਸਿਆਸਤ ਆ ਜਿਹੜੀ, ਤੁਸੀਂ ਕਿਹਾ ਕਿ ਇਹ ਸਾਰੀਆਂ ਪਾਰਟੀਜ਼, ਤੁਸੀਂ ਦੇਖਿਆ ਵੀ ਇਹਨਾਂ ਦਾ ਵਰਤਾਰਾ ਸਾਰੀਆਂ ਦਾ ਕਿ ਪੰਜਾਬ ਦੇ ਨਾਲ ਧਰੋਹ ਕਮਾਏ ਨੇ ਜਾਂ ਪੰਜਾਬ ਨੂੰ ਲੁੱਟਿਆ ਆ, ਕਿ ਅੱਜ ਹਰ ਇੱਕ ਬੰਦਾ ਖੜ ਕੇ ਸਟੇਜ ਤੋਂ ਇਹ ਗੱਲ ਕਹਿੰਦਾ ਕਿ ਪੰਜਾਬ ਬਰਬਾਦ ਹੋ ਰਿਹਾ। ਜਿਹੜੇ ਲੋਕਾਂ ਨੇ ਕੀਤਾ ਆ, ਜਿਹੜੇ ਸੱਤਾ 'ਚ ਰਹੇ ਨੇ, ਉਹ ਵੀ ਅੱਜ ਇਹੀ ਦਾਅਵੇ ਕਰ ਰਹੇ ਨੇ ਕਿ ਜੀ ਪੰਜਾਬ ਬਰਬਾਦ ਹੋ ਰਿਹਾ, ਮੈਨੂੰ ਚੁਣ ਲਓ, ਮੈਂ ਪੰਜਾਬ ਨੂੰ ਬਚਾ ਲੂੰ, ਜਦ ਕਿ ਉਹ ਕਈ ਵਾਰ ਚੁਣੇ ਗਏ ਨੇ। ਤਾਂ ਹੁਣ ਜਿੱਥੇ ਪੰਜਾਬ ਖੜ੍ਹਾ ਆ, ਤਾਂ ਪੰਜਾਬ ਨੇ ਜੇ ਆਪਣੇ ਪੈਰਾਂ ਸਿਰ ਹੋਣਾ ਆ, ਜੇ ਪੰਜਾਬ ਨੇ ਆਪਣੇ ਰੋਸ਼ਨ ਭਵਿੱਖ ਵੱਲ ਜਾਣਾ ਆ, ਤਾਂ ਤੁਹਾਨੂੰ ਕਿਹੜਾ ਰਾਹ ਲੱਗ ਰਿਹਾ ਹੈ ਕਿ ਲੋਕ ਕੀ ਕਰਨ? ਕਿਹੋ ਜਿਹੀ ਸਿਆਸਤ ਪੰਜਾਬ 'ਚ ਹੋਣੀ ਚਾਹੀਦੀ ਆ, ਜਾਂ ਕਿਹੋ ਜਿਹੇ ਮੁੱਦਿਆਂ ਦੇ ਉੱਤੇ ਪੰਜਾਬ 'ਚ ਸਿਆਸਤ ਹੋਣੀ ਚਾਹੀਦੀ ਆ ਵੀ ਜਿਹਦੇ ਨਾਲ ਕਿ ਪੰਜਾਬ ਆਪਣੇ ਰੋਸ਼ਨ ਭਵਿੱਖ ਵੱਲ ਜਾ ਸਕੇ? ਦੇਖੋ, ਇਹ ਬੜਾ ਔਖਾ ਸਵਾਲ ਆ। ਇਹ ਕੋਈ ਇੱਕ ਇੰਡੀਵਿਜੂਅਲ ਮੇਰੇ ਵਰਗਾ ਇਹਦਾ ਸਲਿਊਸ਼ਨ ਨਹੀਂ ਦੇ ਸਕਦਾ। ਪਰ ਮੈਂ ਸਮਝਦਾ ਵੀ ਇਸ ਵੇਲੇ ਜਿਹੜੀਆਂ ਸਾਡੀਆਂ ਚੋਣ ਆ ਸਾਡੀ
ਸਾਡੇ ਆਪਸ਼ਨਸ ਆ, ਸਾਡੇ ਵਿਕਲਪ ਆ, ਉਹ ਬਹੁਤ ਸੀਮਤ ਆ। ਇਹ ਤਿੰਨ ਪਾਰਟੀਆਂ ਕਿਸਾਨ ਇਕੱਠੇ ਹੋਏ ਸੀ, ਪਰ ਉਹਨਾਂ ਦੇ ਬਹੁਤ ਸਾਰੇ ਮੁੱਦੇ ਅਜੇ ਪੈਂਡਿੰਗ ਪਏ ਆ। ਉਹਨਾਂ ਦਾ ਇੱਕ ਗਰੁੱਪ ਪੋਲੀਟਿਕਸ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉਹ ਵੀ ਇਹਨਾਂ ਵਰਗੀਆਂ ਪਾਰਟੀਆਂ ਨਾਲ ਕੋਲੈਬੋਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਅਫਸੋਸਨਾਕ ਆ ਕਿ ਐਡੀ ਵੱਡੀ ਮੂਵਮੈਂਟ ਲੜਨ ਵਾਲੇ ਲੋਕ ਜਿਹੜੇ ਆ ਉਹ ਕੋਈ ਨਵਾਂ ਰਾਹ ਨਹੀਂ ਵਿਖਾ ਸਕੇ, ਉਹ ਕੋਈ ਨਵਾਂ ਵਿਕਲਪ ਨਹੀਂ ਦੇ ਸਕੇ, ਉਹ ਕੋਈ ਨਵੇਂ ਇਸ਼ੂ ਨਹੀਂ ਲਾ ਸਕੇ। ਉਹ ਪੰਜਾਬ ਦੇ ਬੇਸਿਕ ਜਿਹੜੇ ਇੰਟਰਸਟ ਆ ਉਹਨਾਂ ਵੱਲ ਧਿਆਨ ਨਹੀਂ ਦੇ ਰਹੇ, ਕਿਉਂਕਿ ਔਖੇ ਆ, ਲੜਾਈ ਲੜਨੀ ਪੈਣੀ ਵੱਡੀ ਔਰ ਲੰਬੀ, ਔਰ ਲੋਕਾਂ ਨੂੰ ਚੇਤਨ ਕਰਨਾ ਪੈਣਾ। ਉਹਨਾਂ ਨਾਲੋਂ ਲਕੀਰ ਖਿੱਚਣੀ ਪੈਣੀ ਆ, ਉਹ ਲਕੀਰ ਖਿੱਚਣ ਨੂੰ ਤਿਆਰ ਨਹੀਂ, ਔਖਿਆਈ ਆ। ਤੋ ਇਸ ਵਿੱਚ ਮੈਂ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਸਮਝਦਾ। ਪਾਣੀ ਦੇ ਮੁੱਦੇ ਤੋਂ ਇਲਾਵਾ ਇੱਥੇ ਹੋਰ ਬੜੇ ਮੁੱਦੇ ਆ। ਸਨਅਤੀਕਰਨ ਦਾ ਮੁੱਦਾ ਹੈ, ਇਕਾਨਮੀ ਦਾ ਮੁੱਦਾ ਹੈ, ਫਿਰ ਟ੍ਰੇਡ ਖੋਲ੍ਹਣ ਦਾ ਮੁੱਦਾ ਹੈ, ਫਿਰ ਇੰਟਰਨੈਸ਼ਨਲ ਜਿਹੜੇ ਕਨੈਕਸ਼ਨ ਜਿਹੜੇ ਹੈਗੇ ਆ ਹਵਾਈ ਜਹਾਜ਼ਾਂ ਦੇ, ਉਹਨਾਂ ਦਾ ਮੁੱਦਾ ਹੈ। ਇਹ ਸਾਰੇ ਮੁੱਦੇ ਆ ਜਿਹੜੇ ਉਹ ਰੇਜ਼ ਨਹੀਂ ਕਰ ਰਹੇ, ਔਰ ਇਹ ਸਾਰੇ ਦਬਾਏ ਜਾ ਰਹੇ ਆ ਸੁਰੱਖਿਆ ਦੇ ਨਾਂ 'ਤੇ, ਸਿਕਿਉਰਿਟੀ ਦੇ ਨਾਂ 'ਤੇ, ਐਂਟੀ ਟੈਰਰਿਜ਼ਮ ਦੇ ਨਾਂ 'ਤੇ। ਇੱਕ ਸੈਮੀ ਕਲੋਨੀਅਲ ਟਾਈਪ ਦੀ ਸਿਚੁਏਸ਼ਨ ਪੰਜਾਬ ਫੇਸ ਕਰ ਰਿਹਾ ਹੈ, ਔਰ ਇਸ ਵਿੱਚੋਂ ਨਿਕਲਣ ਦਾ ਰਸਤਾ ਮੈਨੂੰ ਕੋਈ ਬਹੁਤਾ ਦਿਖਾਈ ਨਹੀਂ ਦਿੰਦਾ, ਮਤਲਬ ਆਰਗੇਨਾਈਜ਼ਡ ਵੇ ਨਾਲ। ਪਰ ਜਿਹੜੇ ਥੋੜ੍ਹੇ ਬਹੁਤ ਰੇਜ਼ ਕਰ ਸਕਦੇ ਆ ਆਵਾਜ਼, ਥੋੜ੍ਹੇ ਬਹੁਤ ਪ੍ਰੋ ਪੰਜਾਬ, ਉਹਨਾਂ ਨੂੰ ਸਿਲੈਕਟਿਵਲੀ ਮੇਰਾ ਖਿਆਲ ਹੈ ਉਹਨਾਂ ਦੇ ਉੱਤੇ ਨਿਗਾਹ ਰੱਖਣੀ ਚਾਹੀਦੀ ਆ, ਉਹਨਾਂ ਦੀ ਪਛਾਣ ਕਰਨੀ ਚਾਹੀਦੀ ਆ, ਉਹਨਾਂ ਨੂੰ ਚੁਣ ਲੈਣਾ ਚਾਹੀਦਾ ਹੈ। ਕੁਛ ਨਾ ਕੁਛ ਤਾਂ ਆਵਾਜ਼ ਨਿਕਲੇ। ਪਾਰਟੀਆਂ ਤਾਂ ਗਈਆਂ ਗੁਜ਼ਰੀਆਂ, ਉਹਨਾਂ ਨੇ ਉਹੀ ਸਿਸਟਮ ਲਿਆਉਣਾ ਹੈ ਜੋ ਹੁਣ ਤੱਕ ਚੱਲਦਾ ਆਇਆ। ਫਰਕ ਨਹੀਂ ਆ, 19-21 ਦਾ ਫਰਕ ਆ। ਔਰ ਜਿਹੜੇ ਲੋ ਹੈਂਗਿੰਗ, ਜਿਵੇਂ ਕਹਿੰਦੇ ਆ ਕਿ ਲੋ ਹੈਂਗਿੰਗ ਫਰੂਟ, ਉਹ ਜ਼ਰੂਰ ਪਿਕ ਕਰ ਲੈਣਗੇ, ਪਰ ਜਿਹੜੇ ਜਿਵੇਂ ਕਹਿੰਦੇ ਆ ਨਾ ਕਿ ਟੌਪ ਦੇ ਬੇਰ ਜਿਹੜੇ ਲਿਆਉਣੇ, ਟੀਸੀ ਵਾਲੇ ਜਿਹੜੇ ਬੇਰ ਆ, ਉਹ ਤੋੜਨੇ ਬਹੁਤ ਔਖੇ ਆ। ਤਾਂ ਇਸ ਹਾਲਤ ਵਿੱਚ ਮੇਰਾ ਪਰਸਨਲ ਝੁਕਾਅ ਇਸ ਗੱਲ ਵੱਲ ਆ ਕਿ ਵੇਰੀਅਸ ਪਾਰਟੀਆਂ 'ਚ ਫਿਰ ਵੀ ਹੈਗੇ ਆ ਬੰਦੇ ਜਿਹੜੇ ਕਿਸੇ ਹੱਦ ਤੱਕ ਇਮਾਨਦਾਰ ਆ, ਕਿਸੇ ਹੱਦ ਤੱਕ ਪੰਜਾਬ ਦੇ ਹੱਕ ਵਿੱਚ ਨਾਅਰਾ ਮਾਰਦੇ ਆ, ਔਰ ਉਹਨਾਂ ਦੇ ਜਿਹੜੇ ਠੀਕ ਆ ਉਹ ਕਈ ਵਾਰ ਕੰਟਰਾਡਿਕਟਰੀ ਗੱਲਾਂ ਵੀ ਹੁੰਦੀਆਂ, ਪਰ ਮੇਰੇ ਵਿਚਾਰ ਵਿੱਚ ਸਿਲੈਕਟਿਵਲੀ ਲੋਕਾਂ ਨੂੰ ਵਾਈਜ਼ਲੀ, ਸਿਆਣਪ ਨਾਲ ਇੰਡੀਵਿਜੂਅਲ ਚੁਣਨੇ ਚਾਹੀਦੇ ਆ। ਪਾਰਟੀਆਂ ਦਾ ਜੋ ਪਾਰਟੀਆਂ ਬਣਾਉਂਦੀਆਂ ਬਣਾਈ ਜਾਣ, ਹੋ ਸਕਦਾ ਇਹਨਾਂ ਦੀ ਭਾਈਵਾਲੀ ਕਰਨ ਇੱਕ ਦੂਜੇ ਨਾਲ, ਪਰ ਚਲੋ ਭਾਈਵਾਲੀ ਕਰਨ ਜਾਂ ਕੋਈ ਪਾਰਟੀ ਆਵੇ, ਇਹ ਸਾਰੇ ਐਕਸਪੋਜ਼ ਹੋਏ ਆ, ਇਹ ਸਾਰਿਆਂ ਦਾ ਜਲੂਸ ਨਿਕਲਿਆ ਹੋਇਆ ਹੈ। ਇਸ ਕਰਕੇ ਮੈਂ ਕੋਈ ਇਹ ਫਾਈਨਲ ਗੱਲ ਕਹਿਣ ਦੇ ਕਾਬਿਲ ਨਹੀਂ ਆ ਅਤੇ ਵੀ ਆਹੀ ਜ਼ਰੂਰ ਕਰੋ, ਪਰ ਮੈਨੂੰ ਜਿੰਨਾ ਕੁ ਸਮਝ ਆ ਉਹ ਮੈਂ ਇਹ ਕਹਿਣਾ। ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ। ਇਹ ਜਿਹੜੇ ਤੁਹਾਡਾ ਐਕਸਪੀਰੀਅੰਸ ਆ ਜਿਹੜਾ, ਜਾਂ ਪੰਜਾਬ ਦੀ ਪੋਲੀਟਿਕਸ ਨੂੰ ਤੁਸੀਂ ਦੇਖਿਆ ਆ, ਅਤੇ ਉਹ ਤੁਸੀਂ ਗੱਲਾਂ ਅੱਜ ਦੀ ਨਵੀਂ ਜਨਰੇਸ਼ਨ ਜਿਹੜੀ ਆ, ਪੰਜਾਬ ਦਾ ਇੱਕ ਵੱਡਾ ਹਿੱਸਾ ਅੱਜ ਯੰਗ ਜਨਰੇਸ਼ਨ ਦਾ ਆ, ਜਿਨ੍ਹਾਂ ਨੇ ਚੁਣਨਾ ਆਪਣੇ ਭਵਿੱਖ ਨੂੰ, ਉਹਨਾਂ ਦੇ ਨਾਲ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਆ। ਅਤੇ ਗੱਲਬਾਤ ਦੇ ਵਿੱਚੋਂ ਇਹੀ ਨਿਕਲ ਰਿਹਾ ਕਿ ਇਹ ਪੰਜਾਬ ਦੀ ਸਿਆਸਤ ਅੱਜ ਉਸ ਮੋੜ 'ਤੇ ਖੜ੍ਹੀ ਆ ਕਿ ਉਹੀ ਚਿਹਰੇ ਨੇ, ਉਹੀ ਲੋਕ ਨੇ, ਉਹੀ ਗੱਲਾਂ ਨੇ, ਉਹ ਬਦਲ ਕੇ ਸਟੇਜਾਂ ਬਦਲਦੀਆਂ ਨੇ। ਕਦੇ ਨਿਸ਼ਾਨ ਕਿਸੇ ਪਾਰਟੀ ਦਾ ਹੁੰਦਾ ਹੈ, ਕਦੇ ਨਿਸ਼ਾਨ ਕਿਸੇ ਪਾਰਟੀ ਦਾ ਹੁੰਦਾ। ਅੱਜ ਕੋਈ ਆਦਮੀ ਕਿਸੇ ਇੱਕ ਪਾਰਟੀ 'ਚ ਆ, ਬਦਲਾਅ ਦੀ ਸਿਆਸਤ ਕਰਨ ਵਾਲੀ ਪਾਰਟੀ ਜਿਹੜੀ ਆ, ਉਹ ਉਸ ਆਦਮੀ ਨੂੰ ਅਗਲੇ ਦਿਨ ਜਦੋਂ ਉਸ ਪਾਰਟੀ ਦੇ ਵਿੱਚੋਂ ਬੰਦਾ ਚਲਿਆ ਜਾਂਦਾ ਅਤੇ ਉਹ ਪਵਿੱਤਰ ਹੋ ਜਾਂਦਾ ਅਤੇ ਉਸ ਨੂੰ ਟਿਕਟ ਦੇ ਦਿੱਤੀ ਜਾਂਦੀ ਆ। ਤਾਂ ਇਹ ਪੰਜਾਬ ਦੇ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਨੇ, ਜਾਂ ਪੰਜਾਬ ਦੇ ਲੋਕਾਂ ਦੇ ਨਾਲ ਇਹ ਬੜਾ ਧਰੋਹ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਕਮਾ ਰਹੀਆਂ, ਅਤੇ ਪੰਜਾਬ ਦੇ ਲੋਕ ਸਿਆਣੇ ਵੀ ਨੇ,
ਭਾਵੇਂ ਬੋਲ ਘੱਟ ਰਹੇ ਨੇ ਪਰ ਦੇਖ ਸਾਰਾ ਕੁਝ ਰਹੇ ਨੇ। ਅਤੇ ਜਿਹੜੇ ਇਹੋ ਜਿਹੇ ਐਕਸਪੀਰੀਅੰਸਡ ਲੋਕ ਨੇ ਤਾਂ ਉਹਨਾਂ ਦਾ ਇਹ ਨਿਚੋੜ ਆ ਕਿ ਇਹ ਸਿਆਸੀ ਪਾਰਟੀਆਂ, ਇਹ ਭਾਵੇਂ ਕੋਈ ਪਹਿਲੀ ਪਾਰਟੀ ਹੋਵੇ, ਦੂਜੀ ਹੋਵੇ ਜਾਂ ਕੋਈ ਤੀਜੇ ਬਦਲ ਦੀ ਗੱਲ ਕਰ ਰਹੀ ਹੋਵੇ, ਸਾਰੇ ਹੀ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਅਤੇ ਇਹਨਾਂ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪੰਜਾਬ ਜਿਸ ਥਾਂ 'ਤੇ ਖੜ੍ਹਾ ਆ ਉਹ ਲੜਾਈ ਬਹੁਤ ਵੱਡੀ, ਬਹੁਤ ਗੰਭੀਰ ਆ। ਉਹ ਲੜਾਈ ਇੰਨੀ ਵੱਡੀ ਆ ਕਿ ਇੱਕ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਜਿਹੜਾ ਨਵਾਂ ਇੱਕ ਸੰਯੁਕਤ ਸਮਾਜ ਮੋਰਚਾ ਵੀ ਬਣਿਆ, ਉਹਦੇ 'ਤੇ ਵੀ ਟਿੱਪਣੀ ਕੀਤੀ ਆ ਸੁਖਦੇਵ ਸਿੰਘ ਹੋਰਾਂ ਨੇ ਕਿ ਉਹ ਵੀ ਜਿਹੜਾ ਪੰਜਾਬ ਦੇ ਕੋਰ ਇਸ਼ੂਜ਼ ਨੇ ਉਹਨਾਂ ਦੀ ਗੱਲ ਨਹੀਂ ਕਰ ਰਹੇ ਆ, ਉਹ ਕੋਲੈਬੋਰੇਟ ਕਰਨ ਵਾਲੀ ਸਿਆਸਤ ਕਰ ਰਹੇ ਆ ਕਿਸੇ ਦੇ ਨਾਲ ਵੀ ਕਿ ਸੱਤਾ ਹਾਸਲ ਕੀਤੀ ਜਾਵੇ। ਤਾਂ ਸੱਤਾ ਹਾਸਲ ਕਰਨਾ ਹੀ ਅੱਜ ਉਹਨਾਂ ਲੋਕਾਂ ਦਾ ਇੱਕੋ ਇੱਕ ਨਿਸ਼ਾਨਾ ਰਹਿ ਗਿਆ ਜਿਹੜੇ ਲੋਕ ਪੰਜਾਬ ਦੀ ਸਿਆਸਤ ਦੇ ਦਾਅਵੇਦਾਰ ਬਣੇ ਹੋਏ ਨੇ। ਅਤੇ ਪੰਜਾਬ ਕੀ ਰੁੱਖ ਅਪਣਾਉਂਦਾ ਹੈ ਅਗਲੇ ਦਿਨਾਂ ਦੇ ਵਿੱਚ, ਜਾਂ ਪੰਜਾਬ ਦੀ ਸਿਆਸਤ ਕੀ ਰੁੱਖ ਅਪਣਾਉਂਦੀ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਦੇਖਣ ਵਾਲੀ ਗੱਲ ਹੋਵੇਗੀ। ਇਸ ਵਾਰ ਦੀਆਂ ਚੋਣਾਂ ਵੀ ਕਿਹਾ ਜਾ ਰਿਹਾ ਕਿ ਬੜੀਆਂ ਦਿਲਚਸਪ ਹੋਣ ਜਾ ਰਹੀਆਂ ਨੇ। ਕਈ ਧਿਰਾਂ ਆਪਸ ਦੇ ਵਿੱਚ ਟੱਕਰ ਰਹੀਆਂ ਨੇ, ਭਾਵੇਂ ਉਹ ਆਪਣੇ ਨਿੱਜੀ ਹਿੱਤਾਂ ਲਈ ਟੱਕਰ ਰਹੀਆਂ ਹੋਣ, ਪਰ ਉਹ ਦਿਲਚਸਪੀ ਬਣੀ ਰਹੇਗੀ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ TV 84 ਦੇ ਰਾਹੀਂ ਇਸ ਤਰ੍ਹਾਂ ਦੇ ਸੂਝਵਾਨ ਲੋਕਾਂ ਦੀ ਜਾਂ ਐਕਸਪੀਰੀਅੰਸਡ ਲੋਕਾਂ ਦੀ, ਜਿਹੜੇ ਕਿ ਆਪਣੇ ਹਿੱਤਾਂ ਦੇ ਲਈ ਨਹੀਂ ਪੰਜਾਬ ਦੇ ਬਾਰੇ ਸੋਚਦੇ ਨੇ, ਉਹਨਾਂ ਦੇ ਵਿਚਾਰ ਆਪਣੇ ਇਸ ਪ੍ਰੋਗਰਾਮ ਗੁਫ਼ਤਗੂ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਈਏ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ। ਅਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਅਤੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਗਲੀ ਵਾਰ ਕਿਸੇ ਹੋਰ ਵਿਸ਼ੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।